ਅੱਜ ਦਾ ਸਾਡਾ ਟਾਪਿਕ ਜਿਹੜਾ ਕੈਮਿਸਟਰੀ 9th ਦਾ ਬਾਬ ਨੰਬਰ 9 ਦੇ ਵਿੱਚ ਟਾਪਿਕ ਆ ਟ੍ਰਾਂਜੀਸ਼ਨ ਐਲੀਮੈਂਟਸ 9.3। ਸਭ ਤੋਂ ਅਹਿਮ ਟਾਪਿਕ ਕਹਿ ਲਓ ਇਸ ਚੈਪਟਰ ਦਾ, ਕਿਉਂਕਿ ਇਹਦੇ ਵਿੱਚੋਂ ਹਰ ਸੂਰਤ ਕੁਐਸਚਨ ਜਿਹੜਾ ਨਾ ਆਣਾ ਐਗਜ਼ਾਮੀਨਰ ਦਾ ਸਮਝ ਲਓ ਫੇਵਰਿਟ ਟਾਪਿਕ ਜਿਹੜਾ ਨਾ ਉਹ ਇਹ ਆ। ਕੋਈ ਬੋਰਡ ਦਾ ਪੇਪਰ ਐਸਾ ਨਹੀਂ ਹੋਣਾ ਜਿਹਦੇ ਵਿੱਚ ਕੋਈ ਨਾ ਕੋਈ ਚੀਜ਼ ਉਹਨੇ ਇਸ ਟਾਪਿਕ ਚੋਂ ਨਹੀਂ ਪੁੱਛਣੀ। ਇਹ ਮੁਮਕਿਨ ਹੀ ਨਹੀਂ। ਹਰ ਬੋਰਡ 'ਚ ਕੋਈ ਨਾ ਕੋਈ ਉਹਨੇ ਸਵਾਲ ਇਹ ਚੋਂ ਲਾਜ਼ਮੀ ਪੁੱਛਣਾ, ਕੋਈ ਨਾ ਕੋਈ ਗੱਲ। ਇਹ ਚੋਂ MCQs ਬਣ ਰਹੇ ਆ। ਸ਼ਾਰਟ ਕੁਐਸਚਨ ਆਇਆ ਤਾਂ ਕੈਂਸਲ ਹੋ ਗਿਆ 26 ਚ। ਤਮੀਰੀ ਫਿਕਰ, ਲੌਂਗ ਕੁਐਸਚਨ, ਇਹ ਸਾਰਾ ਕੋਰਸ ਜਿਹੜਾ ਵਾ ਇਹ ਐਕਸਰਸਾਈਜ਼ ਦੇ ਵਿੱਚ ਇਹਦੇ ਰਿਲੇਟਡ ਆ। ਇਹ ਜਿੰਨੇ ਪੁਆਇੰਟ ਟਿਕ ਕੀਤੇ ਆ ਇਹ ਸਾਰੇ ਸ਼ਾਮਲ ਆ ਇਹਦੇ ਵਿੱਚ। ਅੱਛਾ, ਇਹ ਜਿਹੜਾ ਸ਼ਾਰਟ ਕੁਐਸਚਨ ਪੰਜਵਾਂ ਇਹ 26 ਚ ਰਿਮੂਵ ਹੋਇਆ ਵਾ, ਬਾਕੀ ਸਾਲਾਂ ਲਈ ਹੋਏਗਾ। ਇੰਨੇ ਸਵਾਲ ਇਹਦੇ ਬਣ ਰਹੇ ਆ ਐਕਸਰਸਾਈਜ਼ ਦੇ ਵਿੱਚ। ਹੁਣ ਇਹ ਟਾਪਿਕ ਜਿਹੜਾ ਹੈ ਕੀ ਆ ਅਸਲ ਦੇ ਵਿੱਚ, ਟ੍ਰਾਂਜੀਸ਼ਨ ਐਲੀਮੈਂਟਸ ਦਾ ਇਸਤੇਮਾਲ ਕਿਸ ਤਰ੍ਹਾਂ ਵਾ। ਮੇਨ ਜਿਹੜਾ ਡਿਸਕਸ ਕੀਤਾ ਟਾਪਿਕ ਉਹ ਹੈਗਾ ਕੈਟਾਲਿਸਟ ਦੇ ਤੌਰ ਤੇ। ਕੈਟਾਲਿਸਟ ਕੀ ਆ? ਐਸਾ ਸਬਸਟੈਂਸ ਹੁੰਦਾ ਜਿਹੜਾ ਸਪੀਡ ਜਿਹੜੀ ਆ ਰਿਐਕਸ਼ਨ ਦੀ ਉਹਨੂੰ ਤੇਜ਼ ਕਰ ਦਿੰਦਾ, ਰੇਟ ਰਿਐਕਸ਼ਨ ਦਾ ਸਪੀਡ ਅਪ ਕਰ ਦਿੰਦਾ ਰਿਐਕਸ਼ਨ ਨੂੰ, ਔਰ ਖੁਦ ਯੂਜ਼ ਨਹੀਂ ਹੁੰਦਾ, ਖੁਦ ਇਸਤੇਮਾਲ ਨਹੀਂ ਹੁੰਦਾ। ਠੀਕ ਆ, ਕੈਟਾਲਿਸਟ ਐਸਾ ਸਬਸਟੈਂਸ ਆ ਜਿਹੜਾ ਰਿਐਕਸ਼ਨ ਰੇਟ ਦਾ ਵਧਾ ਦਿੰਦਾ, ਖੁਦ ਯੂਜ਼ ਨਹੀਂ ਹੁੰਦਾ। ਇਹਦੀ ਸਮਝ ਲਓ ਮਿਸਾਲ ਐਸੀ ਹੀ ਆ ਜਿਸ ਤਰ੍ਹਾਂ ਹਰ ਕਲਾਸ 'ਚ ਕੋਈ ਨਾ ਕੋਈ ਕੈਟਾਲਿਸਟ ਹੋਏਗੀ। ਸਾਡਾ ਦੋਸਤ ਹੋਏਗਾ ਕੋਈ ਨਾ ਕੋਈ ਜਾਣਨ ਵਾਲਾ ਐਸਾ ਜਿਹਦਾ ਕੰਮ ਕੀ ਹੋਏਗਾ, ਦੋ ਬੰਦਿਆਂ ਦੀ ਲੜਾਈ ਕਰਾਉਣਾ। ਠੀਕ ਆ, ਤੀਲੀ ਲਾਣੀ ਉਹਨੇ, ਅੱਗ ਲਾ ਕੇ ਲੜਾਈ ਕਰਾਤੀ। ਆਪ ਨਾ ਇਧਰੋਂ ਕੁੱਟ ਖਾਣੀ, ਨਾ ਇਧਰੋਂ ਮਾਰਨੀ, ਨਾ ਉਧਰੋਂ ਮਾਰਨੀ, ਆਪ ਇਸ ਨਿਕਲ ਜਾਣਾ ਵਿੱਚੋਂ। ਇਹ ਉਹੀ ਮਿਸਾਲ ਸਮਝ ਲਓ। ਠੀਕ ਆ, ਇਸ ਤਰ੍ਹਾਂ ਦੀ ਜਿਹੜੀ ਐਟਮ ਹੁੰਦੀ ਕਲਾਸ ਦੇ ਵਿੱਚ ਉਹ ਕੈਟਾਲਿਸਟ ਹੀ ਹੁੰਦੀ ਆ। ਤੇ ਇਹ ਮੇਨ ਇਹਨਾਂ ਦਾ ਜਿਹੜਾ ਫੰਕਸ਼ਨ ਆ, ਇਹਦਾ ਕੈਟਾਲਿਸਟ ਦੇ ਤੌਰ ਤੇ ਜਿਹੜਾ ਇਹਨਾਂ ਦਾ ਫੰਕਸ਼ਨ ਆ ਉਹ ਡਿਸਕਸ ਹੋਇਆ ਇਸ ਟਾਪਿਕ ਦੇ ਵਿੱਚ। ਹੁਣ ਕਿਸੇ ਬੱਚੇ ਨੇ ਨਾਰਮਲ ਨੇ ਅਗਰ ਸਾਰਾ ਟਾਪਿਕ ਨਹੀਂ ਰੱਟਣਾ ਪੂਰੇ ਪੇਜ ਦਾ, ਤੇ ਉਹ ਇਹਦੇ ਮੇਨ ਪੁਆਇੰਟ ਵੀ ਅਗਰ ਇਹ ਯਾਦ ਕਰ ਲੈ ਨਾ ਕੋਈ ਸਟੂਡੈਂਟ, ਉਹ ਵੀ ਕੁਛ ਨਾ ਕੁਛ ਗੁਜ਼ਾਰਾ ਉਹਦਾ ਹੋ ਜਾਏਗਾ ਲਾਜ਼ਮੀ, ਕਿਉਂਕਿ ਪੇਪਰ 'ਚ ਇਹਦਾ ਟੱਚ ਜ਼ਰੂਰ ਹੋਣਾ ਹੀ ਹੋਣਾ। ਟ੍ਰਾਂਜੀਸ਼ਨ ਮੈਟਰਸ ਜਿਹੜੀਆਂ ਵਾ ਇਹਦਾ ਤਾਂ ਗਰੁੱਪ ਦਾ ਨੰਬਰ ਯਾਦ ਰੱਖ ਲਓ 3 ਤੋਂ 12। ਇਹਦਾ ਦਰਮਿਆਨ 'ਚ ਇਸ ਤਰ੍ਹਾਂ ਇਹਦਾ ਦਰਮਿਆਨ 'ਚ ਗਰੁੱਪ ਪਿਆ ਨਾ ਪੂਰੇ ਦਾ ਪੂਰਾ ਡੀ ਬਲਾਕ, ਉਹ ਆ 3 ਤੋਂ 12 ਵਾਲਾ। ਇਹਨਾਂ ਦਾ ਗਰੁੱਪ ਨੰਬਰ ਇੱਕ ਤਾਂ 3 ਤੋਂ 12 ਤੱਕ ਆ। ਠੀਕ ਆ, ਇਹਨਾਂ ਨੂੰ ਕੀ ਕਹਿੰਦੇ ਆ? ਡੀ ਬਲਾਕ ਕਹਿੰਦੇ ਆ, ਜਾਂ ਦੂਸਰਾ ਨਾਮ ਇਹਨਾਂ ਦਾ ਟ੍ਰਾਂਜੀਸ਼ਨ ਐਲੀਮੈਂਟਸ ਆ। ਟ੍ਰਾਂਜੀਸ਼ਨ ਮੈਟਲਸ ਹੁੰਦੀਆਂ ਤਕਰੀਬਨ ਸਾਰੀਆਂ, ਇਹ ਸਾਰੀਆਂ ਮੈਟਲਸ ਆ। ਅੱਛਾ, ਇਹ ਸਖਤ ਹੁੰਦੀਆਂ, ਇਹਨਾਂ ਦਾ ਮਤਲਬ ਕੀ ਆ? ਇਹਨਾਂ ਦੀ ਡੈਂਸਿਟੀ, ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ, ਤਿੰਨੇ ਚੀਜ਼ਾਂ ਇਹਨਾਂ ਦੀਆਂ ਜ਼ਿਆਦਾ ਹੋਣਗੀਆਂ, ਸਖਤ ਹੁੰਦੀਆਂ ਇਹ। ਆਕਸੀਡੇਸ਼ਨ ਸਟੇਟ ਇਹਨਾਂ ਦੀ ਕਿਸ ਤਰ੍ਹਾਂ ਵਾ? ਜਿਸ ਤਰ੍ਹਾਂ Fe2+ ਲਿਖਿਆ ਹੋਏਗਾ, ਕਿਤੇ Fe3+ ਲਿਖਿਆ ਹੋਏਗਾ, ਇਸ ਦਾ ਮਤਲਬ ਆ ਇਹ ਚੇਂਜ ਹੁੰਦੀ ਰਹਿੰਦੀ ਆ। ਕੰਪਾਊਂਡਸ ਇਹਨਾਂ ਦੇ ਕਿਸ ਤਰ੍ਹਾਂ ਦੇ ਹੁੰਦੇ ਆ? ਰੰਗਦਾਰ ਹੁੰਦੇ ਆ। ਮੈਲੀਏਬਲ ਹੁੰਦੀਆਂ, ਡਕਟਾਈਲ ਹੁੰਦੀਆਂ। ਮੈਲੀਬਲ ਦਾ ਕੀ ਮਤਲਬ ਆ? ਇਹਨਾਂ ਦੀ ਸ਼ੀਟ ਬਣ ਜਾਂਦੀ ਆ। ਠੀਕ ਆ, ਥੋੜਾ ਮਾਰ ਕੇ ਇਦਾਂ ਸ਼ੀਟਾਂ ਨਹੀਂ ਜਿੱਦਾਂ ਬਣਾਈਆਂ ਜਾਂਦੀਆਂ, ਸ਼ੀਟ ਦੀ ਤਰ੍ਹਾਂ ਬਣ ਜਾਂਦਾ। ਡਕਟਾਈਲ ਮਤਲਬ ਇਹਨੂੰ ਤਾਰ ਤਰ੍ਹਾਂ ਖਿੱਚਿਆ ਜਾ ਸਕਦਾ, ਜਿਸ ਤਰ੍ਹਾਂ ਕਾਪਰ ਦੀ ਤਾਰ ਨਹੀਂ ਹੁੰਦੀ, ਉਹ ਮਿਸਾਲ ਆ ਇਹਦੀ। ਹੁਣ ਇਹਦੀਆਂ ਅੱਗੇ ਇਸਤੇਮਾਲ ਆ ਗਿਆ, ਕਿਹੜੇ ਕਿਹੜੇ ਐਲੀਮੈਂਟ ਇਹਦੇ ਵਿੱਚ ਜਿਹੜੇ ਸ਼ਾਮਲ ਆ ਔਰ ਕੈਟਾਲਿਸਟ ਦੇ ਤੌਰ ਤੇ ਇਸਤੇਮਾਲ ਹੁੰਦੇ ਆ। ਆਇਰਨ ਦੀ ਮਿਸਾਲ ਆ। ਆਇਰਨ ਜਿਹੜਾ ਵਾ ਕਿਹੜੇ ਪ੍ਰੋਸੈਸ 'ਚ ਆ? ਹੈਬਰ ਪ੍ਰੋਸੈਸ ਆ। ਠੀਕ ਆ, ਹੈਬਰ ਜਾਂ ਹਾਬਰ ਪ੍ਰੋਸੈਸ 'ਚ ਆ। ਇਹ ਪ੍ਰੋਸੈਸ ਕੀ ਆ? ਇੰਡਸਟਰੀ ਦੇ ਵਿੱਚ, ਫੈਕਟਰੀ ਦੇ ਵਿੱਚ ਸਮਝ ਲਓ, ਫੈਕਟਰੀ ਲੈਵਲ ਤੇ ਅਮੋਨੀਆ ਗੈਸ ਤਿਆਰ ਕਰਨੀ ਆ। ਹੈਬਰ ਦਾ ਤਾਲੁਕ ਕਿੰਨਾ? ਅਮੋਨੀਆ ਗੈਸ ਦੀ ਤਿਆਰੀ ਨਾਲ। ਇਹ ਉਹ ਪ੍ਰੋਸੈਸ ਨੂੰ, ਅਮੋਨੀਆ ਗੈਸ ਦੀ ਤਿਆਰੀ ਜਿਹੜੀ ਹੁੰਦੀ ਆ ਸਨਅਤੀ ਲੈਵਲ ਤੇ, ਉਹ ਹੈਬਰ ਪ੍ਰੋਸੈਸ ਆ। ਔਰ ਫਿਰ ਇਹ ਅਮੋਨੀਆ ਗੈਸ ਕਿੱਥੇ ਇਸਤੇਮਾਲ ਹੁੰਦੀ? ਯੂਰੀਆ ਖਾਦ ਲਈ ਬਣਾਉਣ ਲਈ। ਅੱਛਾ, ਅੱਗੇ ਹੈਗਾ ਪਲਾਟੀਨਮ ਤੇ ਵੈਨੇਡੀਅਮ ਪੈਂਟਾਕਸਾਈਡ, ਇਹ V2O5। ਠੀਕ, ਵੈਨੇਡੀਅਮ ਪੈਂਟਾਕਸਾਈਡ। ਹੁਣ ਵੈਨੇਡੀਅਮ ਪੈਂਟਾਕਸਾਈਡ ਇਹ ਪਹਿਲੇ ਇਸਤੇਮਾਲ ਹੁੰਦਾ ਸੀ, ਇਹ ਕੰਟੈਕਟ ਪ੍ਰੋਸੈਸ ਦੀ ਮਿਸਾਲ ਆ। ਉਹਦੇ ਵਿੱਚ ਕਿਹੜੀ ਕੈਟਾਲਿਸਟ ਇਸਤੇਮਾਲ ਹੋ ਰਹੀ ਆ? ਵੈਨੇਡੀਅਮ ਪੈਂਟਾਕਸਾਈਡ। ਪਹਿਲੇ ਇਹ ਹੁੰਦੀ ਸੀ, ਹੁਣ ਇਹ ਇਸਤੇਮਾਲ ਨਹੀਂ ਕੀਤੀ ਜਾਂਦੀ। ਵੈਨੇਡੀਅਮ ਪੈਂਟਾਕਸਾਈਡ ਇਸਤੇਮਾਲ ਹੋ ਰਹੀ ਆ। ਔਰ ਕੰਟੈਕਟ ਪ੍ਰੋਸੈਸ ਕਿਹੜਾ? ਇਹ ਪ੍ਰੋਸੈਸ ਆ ਜਿਹਦੇ ਵਿੱਚ ਸਲਫਿਊਰਿਕ ਐਸਿਡ ਤਿਆਰ ਹੁੰਦਾ ਇੰਡਸਟਰੀ ਦੇ ਵਿੱਚ। ਠੀਕ, ਅੱਗੇ ਕੈਟਾਲਿਟਿਕ ਕਨਵਰਟਰ ਦੇ ਤੌਰ ਤੇ ਇਸਤੇਮਾਲ ਆ ਇਹਨਾਂ ਦਾ। ਉਹ 'ਚ ਇੱਕ ਆਲਾ ਹੁੰਦਾ ਜਿਹੜਾ ਇੰਜਨ ਦੇ ਵਿੱਚ ਜਿਹੜੀ ਫਿਊਲ ਜਲਦਾ ਰਿਹਾ ਜਦੋਂ, ਉਹ 'ਚ ਜਿਹੜੀਆਂ ਖਤਰਨਾਕ ਗੈਸਾਂ ਹੁੰਦੀਆਂ ਉਹਨਾਂ ਨੂੰ ਬਦਲ ਦਿੰਦਾ ਘੱਟ ਖਤਰਨਾਕ ਗੈਸਾਂ 'ਚ, ਉਹ ਆਲਾ ਲਾਇਆ ਜਾਂਦਾ। ਉਹਦੇ ਵਿੱਚ ਇਹ ਤਿੰਨ ਜਿਹੜੀਆਂ ਵਾ ਕੈਟਾਲਿਸਟ ਇਸਤੇਮਾਲ ਕੀਤੀਆਂ ਜਾਂਦੀਆਂ। ਠੀਕ, ਪਲਾਟੀਨਮ, ਪਲਾਡੀਅਮ, ਰੋਡੀਅਮ, ਇਹ ਕਨਵਰਟਰ ਕੈਟਾਲਿਟਿਕ ਦੇ ਵਿੱਚ। ਇਹ ਅਹਿਮ ਟਾਪਿਕ ਆ, ਇਹ ਸ਼ਾਰਟ ਕੁਐਸਚਨ ਅਹਿਮ ਆ, ਇਹ ਵੀ ਸ਼ਾਰਟ ਕੁਐਸਚਨ ਵੀ, ਲੌਂਗ ਕੁਐਸਚਨ ਵੀ। ਆਲਾ ਜਿਹੜਾ ਲਾਇਆ ਜਾਂਦਾ ਗੱਡੀਆਂ ਦੇ ਨੀਚੇ ਲੱਗਾ ਹੁੰਦਾ, ਇੰਜਨ ਦੇ ਅੰਦਰ ਨਹੀਂ ਹੁੰਦਾ।
ਨਿਕਲ ਜਿਹੜੀ ਆ, ਨਿਕਲ ਕੀ ਆ, ਵੈਜੀਟੇਬਲ ਆਇਲ ਕੀ ਹਾਈਡਰੋਜੀਨੇਸ਼ਨ। ਹਾਈਡਰੋਜੀਨੇਸ਼ਨ ਮਤਲਬ ਕੀ ਹੁੰਦਾ, ਐਡ ਕਰਨਾ ਹਾਈਡਰੋਜਨ ਨੂੰ ਐਡ ਕਰਨਾ ਡਬਲ ਬਾਂਡ ਤੋੜਨੇ ਲਈ, ਹਾਈਡਰੋਜੀਨੇਸ਼ਨ ਇਹ ਆ। ਔਰ ਉਹਦੇ ਨਾਲ ਕੀ ਬਣਾਇਆ ਜਾਂਦਾ, ਮਾਰਜਰੀਨ ਜਿਹੜਾ ਸਮਝ ਲਓ ਤੁਸੀਂ ਮੱਖਣ ਆ, ਔਰ ਮੱਖਣ ਕਿਹੜਾ ਇਹ ਬਾਜ਼ਾਰੀ, ਇਹ ਜਿਹੜਾ ਬਲੂ ਬੈਂਡ ਦਾ ਪੈਕਿੰਗ ਵਾਲਾ ਮੱਖਣ ਆਉਂਦਾ ਨਾ ਡੱਬੇ 'ਚ, ਉਹ ਵਾਲਾ ਮਾਰਜਰੀਨ, ਇਹ ਉਹ ਆ, ਠੀਕ। ਔਰ ਇਹਦੀ ਖੂਬੀ ਕੀ ਆ, ਖਰਾਬ ਨਹੀਂ ਹੁੰਦਾ। ਇਹ ਸਾਰਾ ਜਿਹੜਾ ਟਾਪਿਕ ਆ ਨਾ ਡਿਟੇਲ ਨਾਲ ਲਿਖਿਆ ਹੋਇਆ, ਉਹਦੀ ਸਾਰੀ ਸ਼ਾਰਟ ਹੈਂਡ ਇਹ ਬਣਨਗੇ ਇਹਦੇ ਨੋਟਸ, ਅਗਰ ਤੁਸੀਂ ਬਣਾਉਣੇ ਸ਼ਾਰਟ, ਔਰ ਆਬਜੈਕਟਿਵਲੀ ਇਹ ਸਾਰੇ ਤੁਹਾਡੇ ਲਈ ਅਹਿਮ ਆ। ਹੁਣ ਅਸੀਂ ਦੇਖਣਾ डिटेल में इन्हें की लिखा, ट्रांजिशन एलिमेंट्स की खसूसियात, हेडिंग हो गई, तारीफ किया, जदीद पीरियडिक टेबल के दरमियान दे विच समझाता सानूं दरमियान च इस तरह जो ग्रुप पिया वा पूरे का पूरा ब्लॉक एक पिया डी, वो 3 तो लैके 12 तक, ये याद रखना 3 तो लैके 12 तक जो एलीमेंट्स आ उन्होंने डी ब्लॉक या ट्रांजिशन एलीमेंट्स कहते हैं, डी ब्लॉक या ट्रांजिशन एलीमेंट्स। इन्हां दी तबई खसूसियात, फिजिकल खसूसियात इन्हां दी कैसियां वा, सारियां मैटल्स आ, तमाम ट्रांजिशन एलिमेंट्स की है मेटल्स आ, और खसूसियात इन्हां दी आपस में मिलदियां जुलदियां। ये एलिमेंट्स आमतौर पर सख्त आ ते इन्हां दी डेंसिटी भी ठीक है, मेल्टिंग पॉइंट, बॉइलिंग पॉइंट इन्हां दे की होणगे ज्यादा हाई होणगे, सख्त होने की वजह तो कह लो सिंपली समझ लो कि इन्हां दे मेल्टिंग पॉइंट, बॉइलिंग पॉइंट, डेंसिटी ज्यादा होएगी। ये खूबी इन्हां दी याद कर लैनी है। अगे हैगी ऑक्सीडेशन स्टेट की, ऑक्सीडेशन स्टेट इस तरह कापर की जिस तरह हैगी 1+ ते कापर दी हुंदी 2+, आयरन दी 2+ ते 3+, आयरन इस तरह अलग अलग जड़ियां स्टेट्स दे विच मिलदा है। फिलहाल इसदी डिटेल समझण नूं छड्ड दो। इनके कंपाउंड अक्सर रंगदार कंपाउंड, इन्हां दे कहते हैं कलर्ड कंपाउंड बनाते हैं। मैलीबल का मतलब इन्हां दियां शीट्स बन सकदियां, इस तरह यदि थोड़ा मार के तुसीं इहदी शीट्स बना सकते हैं। और डक्टाइल की इहनूं तार तरह बनाया जा सकता, जिस तरह खिंचा जा सकता, जिस तरह कापर वगैरह की तार बनाई दी असी, कापर की तार की मिसाल लै लो। अहमियत इन्हां दी की आ, ट्रांजिशन एलिमेंट्स की अहमियत की आ। ट्रांजिशन मेटल्स और इनके कंपाउंड्स दोनों चीज़ों का जिक्र आ, मेटल्स खुद या इन्हां दे कंपाउंड की गल हो रही, दोनों की गल हो रही है। मेटल्स और इनके कंपाउंड बहुत से अहम केमिकल रिएक्शंस में बतौर कैटालिस्ट किस तरह इस्तेमाल होंगे आ, कैटालिस्ट के तौर पर। कैटालिस्ट सानू समझाती है, तीली ला के रिएक्शन तेज कर देना इन्होंने, कड़ा इन्हों को माचिस आ, वैसे ऐड जो होना खुद इस्तेमाल नहीं होना इन्होंने। कैटालिस्ट की खूबी याद रखनी, लड़ाई कराने वाला भी कभी खुद हिस्सा ही नहीं होंदा, आप निकल जाता विचों, ये भी काम उही है इन्हों का भी सेम। आमतौर पर ये मेटल्स अशिया को अपनी सतहों पर जज़ब करके, किस तरह होंदा इन्हों का वर्किंग किस तरह वा, अशिया को अपनी सतहों पर जज़ब करके रिएक्शंस के लिए एक्टिवेट कर देती हैं, अपनी सतह से उन्होंने जज़ब करके रिएक्शन लिए की करना, एक्टिवेट कर देना। ठीक, आयरन का इस्तेमाल आ, हुण आयरन का जिहड़ा नंबर आ वो हैगा 26 नंबर ते आ। आयरन एक ट्रांजिशन मेटल आ, बहुत ही अहम संती रिएक्शन केड़ा वा, उच्च कैटालिस्ट के तौर पर इस्तेमाल होंदी है। और संती रिएक्शन का नाम की आ, हैबर प्रोसेस। ठीक आ, एक साइंसदान, जर्मन साइंसदान के नाम से जिन्हें आजाद किया उसके नाम से आ, फ्रिट्ज हैबर के नाम से। और इसमें अमोनिया गैस, हैबर प्रोसेस का तल्लक इन्ना अमोनिया गैस ना, ठीक है, याद होना चाहिए, कन्फ्यूजन नहीं आनी चाहिए कि सल्फ्यूरिक एसिड का कंटैक्ट प्रोसेस हुंदा वा, ठीक है, सल्फ्यूरिक एसिड का कंटैक्ट प्रोसेस हुंदा। हैबर का जिहड़ा तल्लक आ साइंसदान के नाम से, इसका तल्लक अमोनिया गैस बनाने वाला, जो फिर यूरिया खाद बनाने के लिए इस्तेमाल होती है। रिएक्शन आहा वा N2+3H2 2NH3, सिंपल रिएक्शन आ, उपर लिखी हुई है इस तरह तीर के उपर कैटालिस्ट लिखी होंगी है, भी कैटालिस्ट आ। प्लाटीनियम का इस्तेमाल, प्लाटीनियम का इस्तेमाल पहले सल्फ्यूरिक एसिड पहले इस्तेमाल हुंदा सी इहदा सल्फ्यूरिक एसिड बनाने लई, और इहदा सल्फ्यूरिक एसिड बनाने का अमल आ उहदा की नाम आ, कंटैक्ट प्रोसेस। कंटैक्ट प्रोसेस है इंग्लिश का वर्ड कंटैक्ट जिहड़ा उहदे हिसाब नाल सल्फ्यूरिक एसिड बनाने लई कंटैक्ट प्रोसेस आ। महंगा कैटालिस्ट आ, प्लाटीनम महंगा कैटालिस्ट आ, नॉन रिएक्टिव हो जाता सी। ये क्या है, महंगा कैटालिस्ट सी और नॉन रिएक्टिव हो जाता सी, तो हम ये महंगा कैटालिस्ट नॉन रिएक्टिव हो जाता था। अगे उन्हें वजह दसी आ क्यों हुंदा सी, इसदा इस्तेमाल क्यों छड्डिया गया, वजह की आ कि सल्फर डाइऑक्साइड जिहड़ी आ वो आर्सेनिक की मौजूदगी, आर्सेनिक जिहड़ी आ ये हुंदा AS 33 नंबर ते हुंदी आ, यह आर्सेनिक ओहदी मौजूदगी बतौर मिलावट उन्होंने मुतासर करदी सी, ओहदी वर्किंग जिहड़ी सी नॉन रिएक्टिव कौन कर दिंदा सी उहनूं, आर्सेनिक जिहड़ा वा ओह,
ठीक ਉਹਦੀ ਮਿਲਾਵਟ ਜਿਹੜੀ ਸੀ ਕਾਹਦੇ ਵਿੱਚ सल्फर डाइऑक्साइड च याद रखनी ਉਹਦੀ मिलावट ठीक है। इसलिए आप वनेडियम पेंटाऑक्साइड V2O5 वनेडियम ਜਿਹੜੀ ਆ ਇਹ V23 ਨੰਬਰ ਤੇ ਪਈ ਆ 23 ਨੰਬਰ ਵਾਲਾ ਐਲੀਮੈਂਟ ਆ ਇਹ। ਹੁਣ ਕੀ ਇਸਤੇਮਾਲ ਕੀਤਾ ਜਾਂਦਾ सल्फ्यूरिक एसिड बनाने ਲਈ प्लैटिनम ਦਾ ਇਸਤੇਮਾਲ ਛੱਡ ਕੇ वनेडियम पेंटाऑक्साइड यूज की जा रही है ठीक है बतौर कैटालिस्ट। ਇਹ देखो 2SO2 plus O2 सल्फर डाइऑक्साइड ਦਾ ਆਕਸੀਜਨ ਨਾਲ ਰਿਐਕਸ਼ਨ SO3 ਨੇ ਬਾਅਦ ਪਾਣੀ ਨਾਲ ਰਿਐਕਸ਼ਨ H2SO4 ਇਹ ਰਿਐਕਸ਼ਨ ਇਸ ਤਰ੍ਹਾਂ ਹੁੰਦੇ ਨਹੀਂ ਜਦੋਂ ਤੁਸੀਂ ਡਿਟੇਲ ਨਾਲ ਅਗਲੀ ਕਲਾਸ ਕਿਸੇ ਚ ਪੜੋਗੇ ਦੁਬਾਰਾ ਇਹਨੂੰ ਫਸਟ ਈਅਰ ਵਗੈਰਾ ਚ ਸੈਕੰਡ ਈਅਰ ਚ ਉੱਥੇ ਇਸ ਤਰ੍ਹਾਂ ਨਹੀਂ ਹੋਣਗੇ ਰਿਐਕਸ਼ਨ लेकिन फिलहाल 9th ਦੇ ਵਿੱਚ ਉਹਨੇ ਇਸ ਤਰ੍ਹਾਂ ਲਿਖ ਦਿੱਤੇ ਆ ਰਿਐਕਸ਼ਨ ਤੇ ਇਦਾਂ ਹੀ ਤੁਸੀਂ ਮੰਨਣੇ ਆ ਇਹ ਇਹਦੀ कैटालिस्ट हो गई। अच्छा जी कैटालिटिक कन्वर्टर में इस्तेमाल कैटालिटिक कन्वर्टर की या कैटालिटिक कन्वर्टर एक ऐसा आला है एक आला वा एक ਇਹਦਾ ਡੱਬਾ ਜਿਹਾ ਨਾ कह लो लाया ਹੁੰਦਾ ਪੈਪ ਦੇ ਵਿੱਚ ਫਿਟਿੰਗ ਹੁੰਦੀ ਹੈ ਇਹਦੀ जिसको गाड़ियों में मौजूद अखराज सिस्टम अखराज ਜਿਹੜਾ एग्जॉस्ट ਹੁੰਦਾ ਜਿਹੜਾ ਧੂਆਂ ਨਹੀਂ ਨਿਕਲਦਾ ਸਿਲੈਂਸਰ ਚੋਂ ਉਹਦੇ ਜਿਹੜਾ ਪੈਪ ਆ ਇੰਜਨ ਤੋਂ ਲੈ ਕੇ ਇੰਜਨ ਤੋਂ ਪੈਪ ਜਿਹੜਾ ਜਾ ਰਿਹਾ ਵਾ ਇਧਰ ਨੂੰ ਸਿਲੈਂਸਰ ਵੱਲ ਨੂੰ ਬੈਕ ਤੇ ਠੀਕ ਆ ਸਿਲੈਂਸਰ ਵੱਲ ਨੂੰ ਜਿਹੜਾ ਪੈਪ ਜਾ ਰਿਹਾ ਉਹਦੇ ਵਿੱਚ ਇਹ ਫਿਟਿੰਗ ਹੋਈ ਹੁੰਦੀ ਹੈ ਦੀ ਡੱਬੇ ਦੇ ठीक अखराज के निजाम में लगाया जाता है गड्डी के थले लगा हुंदा है ये वाला इंजन में फ्यूल के जलने से इंजन च ਜਿਹੜਾ ਹੁਣ फ्यूल जलदा ठीक आ ਉਹ हुनियां नुकसानदेह गैसां पैदा मसलन कार्बन मोनोऑक्साइड या नाइट्रोजन ਦੇ ऑक्साइड्स ठीक ये हो सकते हैं इन्होंने ऐसी गैसों में तब्दील कर देता है जो माहौल के लिए खतरनाक नहीं है CO जी ये बदल जाएगी CO2 च NO ये बदल जाएगी N2 ते O2 च ठीक है। इस तरह नुकसानदेह गैसां नूं ये बदल दिंदा वा कम खतरनाक दे विच जिहड़ियां ज्यादा खतरनाक नहीं होएगा। वैसे कार्बन डाइऑक्साइड का एक अलग इशू आ इस डिटेल तो हट के कार्बन मोनोऑक्साइड खतरनाक नाइट्रोजन डाइऑक्साइड खतरनाक इन्हां नूं कम खतरनाक दे विच बदलेगा या कम नुकसानदेह च कह लो बदल देगा जिहड़ी माहौल नूं नुकसान नहीं पहुंचाएगी। कैटालिटिक कन्वर्टर दे विच किहड़ियां चीज़ां इस्तेमाल होंदियां प्लैटिनम ए वाली आ प्लैटिनम हैगा 78 नंबर ते प्लैटिनम PD आ ये निकल वाले ग्रुप च निकल दे नीचे पईयां ये हैगी आ 46 नंबर ते और एक हैगी आ रोडियम अगे लिखी आ रोडियम का नंबर हैगा 45 ठीक है। इन्हां दे एटॉमिक नंबर आ इत्थों तुहानूं लोकेशन इन्हां दी पता लग जाएगी पीरियोडिक टेबल च किहड़ियां दो हो गईयां प्लैटिनम पैलेडियम और रोडियम ਇਹ तीन कैटालिस्टां ਜਿਹੜੀਆਂ ਇਹਦੇ ਵਿੱਚ यूज ਕੀਤੀਆਂ ਜਾਂਦੀਆਂ ਬਤੌਰ कैटालिस्ट। अच्छा जी हुण निकल का इस्तेमाल आ गया निकल हैगी आ NI है दी अलामत आ 28 नंबर ते आ ਇਹ ਹੁਣ ਨਿਕਲ ਦਾ ਇਸਤੇਮਾਲ ਕੀਤਾ ट्रांजिशन मैटल निकल आ ठीक ये वैजीटेबल आयल ਦਾ वर्ड ध्यान ਨਾਲ याद कर लो ਉਹਦੀ हाइड्रोजनेशन ਦਾ मतलब ਹੁੰਦਾ एडिशन ऑफ हाइड्रोजन ठीक है एडिशन ऑफ हाइड्रोजन ये करनी है तुसी ऐड करनी है इजाफा करना हाइड्रोजन का क्यों करना वा डबल बाड नूं तोड़ने लई आ बाड तोड़ने लई तुसी एक किस्म की जिहड़ी फैट आ उहनूं दूसरी किस्म च बदलना हुंदा डिटेल की जरूरत नहीं है ਉਹਦੇ ਲਈ इस्तेमाल किया जाता है ਇਹਨੂੰ हाइड्रोजनेशन किहदी वैजीटेबल आयल की हाइड्रोजनेशन ठीक है। इस रिएक्शन से मार्जरीन बनती है बनता की है मार्जरीन की होएगा मक्खन समझ लो मक्खन जाली मक्खन समझ लो तुसी जाली तो मुराद ये नहीं कि ये किहड़ा चना का आया प्लास्टिक का मक्खन नहीं है ये मक्खन ये बाजार का जिहड़ा पैकिंग वाला वा ठीक है डब्बे की शक्ल जिहड़ा ब्लू बैंड नहीं हुंदा जिस तरह उन्हां दा बनया बनाया जिहड़ा बाजारी मक्खन आ ओह आ देसी घे वाला या आम घरां च जिहड़ा खालस कढिया जांदा मक्खन ओह नहीं ये ओह मार्जरीन बनती है मक्खन के मुकाबले च देर तक रखने पर खराब नहीं होती और इसकी खूबी की है खराब नहीं होती इंडस्ट्री जिहड़ी बनाई जाती है। यह सारा टॉपिक है डिटेल ना इंतहाई अहम टॉपिक है।